ਲੋਕਰਾਣ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ। ਦਰਸ਼ਕੋ, ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਅਹਿਮ ਤੇ ਉੱਘੀ ਸ਼ਖਸੀਅਤ ਡਾਕਟਰ ਸਵਰਾਜ ਸਿੰਘ ਨੇ, ਜੋ ਪ੍ਰਵਾਸ ਦੇ ਮਸਲੇ ਤੇ ਕਾਫੀ ਗੰਭੀਰ ਨੇ। ਪੰਜਾਬ ਨੂੰ ਚੇਤੰਨ ਵੀ ਕਰ ਰਹੇ ਨੇ ਉਹ, ਕਿਉਂਕਿ ਜੋ ਪੰਜਾਬ ਦੇ ਵਿੱਚ ਪ੍ਰਵਾਸ ਦਾ ਮਸਲਾ ਇਹ ਇੱਕ ਤਾਂ ਜੋ ਵਿਦੇਸ਼ਾਂ ਦੀ ਹੋੜ ਲੱਗੀ ਹੋਈ ਹੈ, ਆਈਲੈਂਡ ਸੈਂਟਰ ਖੋਲ੍ਹੇ ਗਏ ਨੇ, ਇਹਨੂੰ ਲੈ ਕੇ ਪੰਜਾਬ ਦੇ ਜੋ ਉਹ ਸੁਹਿਰਦ ਆਗੂ ਨੇ ਜੋ ਪੰਜਾਬ ਨੂੰ ਲੈ ਕੇ ਚਿੰਤਿਤ ਨੇ, ਉਹ ਅਵੇਅਰ ਵੀ ਕਰ ਰਹੇ ਨੇ, ਜਾਗਰੂਕ ਵੀ ਕਰ ਰਹੇ ਨੇ ਕਿ ਜੋ ਪੰਜਾਬ ਦਾ ਇਹ ਉਜਾੜਾ ਹੋ ਰਿਹਾ ਕੱਲਾ ਮਾਸ ਲੈਵਲ ਤੇ ਨਹੀਂ, ਨੌਜਵਾਨੀ ਲੈਵਲ ਤੇ ਨਹੀਂ, ਇਹ ਇੱਕ ਪੈਸੇ ਦਾ ਵੀ ਪੰਜਾਬ ਦਾ ਬੜਾ ਵੱਡਾ ਉਜਾੜਾ ਹੋ ਰਿਹਾ। ਇਸ ਉਜਾੜੇ ਦੇ ਕਾਰਨ ਕੀ ਨੇ? ਕੀ ਬੇਰੁਜ਼ਗਾਰੀ ਜਾਂ ਫਿਰ ਹੋਰ ਵੀ ਕੋਈ ਕਾਰਨ ਨੇ? ਇਹਨੂੰ ਠੱਲ ਕਿਵੇਂ ਪੈ ਸਕਦੀ ਹੈ? ਕੀ ਰਾਜਨੀਤਿਕ ਤੌਰ ਤੇ ਜੋ ਆਗੂ ਨੇ ਉਹ ਸੁਹਿਰਦ ਹੋਣ, ਇਸ ਕਰਕੇ ਪੰਜਾਬ ਦਾ ਭਲਾ ਹੋ ਸਕਦਾ? ਅਸਲ ਦੇ ਵਿੱਚ ਇਸ ਮੁੱਦੇ ਦੀ ਅਹਿਮ ਜੜ ਕੀ ਹੈ? ਇਸ ਮਸਲੇ ਤੇ ਗੱਲ ਕਰਾਂਗੇ। ਡਾਕਟਰ ਸਵਰਾਜ ਸਿੰਘ ਸਰ, ਤੁਹਾਡਾ ਸਵਾਗਤ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੇ ਅਹਿਮ ਵਿਸ਼ੇ 'ਤੇ ਮੈਨੂੰ ਆਪਣੇ ਦਰਸ਼ਕਾਂ ਨਾਲ ਜਿਹੜੀ ਸਾਂਝ ਪਾਉਣ ਦਾ ਮੌਕਾ ਦੇ ਰਹੇ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਡਾਕਟਰ ਸਵਰਾਜ ਸਿੰਘ, ਮੈਂ ਇੱਥੋਂ ਹੀ ਸ਼ੁਰੂ ਕਰੂੰਗਾ। ਜੇਕਰ ਅਸਲ ਮਾਇਨੇ ਦੇ ਵਿੱਚ ਸਮਝਿਆ ਜਾਵੇ ਤਾਂ ਕਾਰਨ ਕੀ ਨੇ ਪ੍ਰਵਾਸ ਦੇ? ਕੀ ਪੈਸਾ ਕਾਰਨ ਹੈ ਜਾਂ ਫਿਰ ਕੋਈ ਹੋਰ ਵੀ ਵਜ੍ਹਾ ਹੈਗੀ ਹੈ? ਜਿਹੜਾ ਮੁੱਖ ਤੌਰ 'ਤੇ ਜਿਹੜਾ ਕਾਰਨ ਹੈ, ਇਹ ਜਿਹੜਾ ਪੰਜਾਬ 'ਤੇ ਜਿਹੜਾ ਹਰੇ ਇਨਕਲਾਬ ਤੋਂ ਬਾਅਦ ਜਿਹੜਾ ਸਾਮਰਾਜੀ ਹਮਲਾ ਹੋਇਆ ਹੈਗਾ ਔਰ ਅਸੀਂ ਜਿਹੜੀ ਗੁਲਾਮ ਬਣ ਗਏ, ਸਾਡੀ ਜੋ ਗੁਲਾਮ ਮਾਨਸਿਕਤਾ, ਇਹ ਪ੍ਰਵਾਸ ਉਹਦੀ ਉਪਜ ਹੈ। ਲੇਕਿਨ ਇਹ ਜਿਹੜਾ ਪ੍ਰਵਾਸ ਹੈ ਨਾ, ਇਹ ਪਹਿਲੇ ਪ੍ਰਵਾਸ ਨਾਲੋਂ ਵੱਖਰਾ ਹੈ। ਜਿਹੜਾ ਪਹਿਲਾਂ ਇਸ ਤੋਂ ਜਿਹੜਾ ਪ੍ਰਵਾਸ ਪੰਜਾਬ ਦੇ ਵਿੱਚ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਸੀ, 20ਵੀਂ ਸਦੀ ਦੇ ਸ਼ੁਰੂ, ਜਿਹਨੂੰ ਆਪਾਂ 1900 ਕਹਿੰਦੇ ਹਾਂ, ਸੰਨ 1900 ਦੇ ਲਗਭਗ, ਉਦੋਂ ਪ੍ਰਵਾਸ ਸ਼ੁਰੂ ਹੋਇਆ ਪੰਜਾਬ 'ਚੋਂ। ਔਰ ਪਹਿਲਾ ਪ੍ਰਵਾਸ ਜਿਹੜਾ ਉਹ ਦੁਆਬਾ ਖੇਤਰ 'ਚੋਂ ਹੋਇਆ, ਕਿਉਂਕਿ ਪੰਜਾਬ ਦੀ ਜਿਹੜੀ ਸਭ ਤੋਂ ਸੰਘਣੀ ਵਸੋਂ ਉੱਥੇ ਸੀਗੀ ਅਤੇ ਉੱਥੇ ਮਤਲਬ ਜ਼ਮੀਨ ਦੀ ਮਲਕੀਅਤ ਘੱਟ ਗਈ ਅਤੇ ਜਿਹੜਾ ਖੇਤੀ ਜਿਹੜਾ ਹੈ, ਬਹੁਤ ਸਾਰੇ ਪਰਿਵਾਰਾਂ ਵਾਸਤੇ ਜਿਹੜਾ ਖੇਤੀ ਤੋਂ ਇੰਨਾ ਜਿਹੜਾ ਸੀਗਾ ਆਮਦਨ ਨਹੀਂ ਸੀ ਕਿ ਜਿਹਨਾਂ ਉਹਨਾਂ ਦਾ ਗੁਜ਼ਾਰਾ ਹੋ ਸਕੇ। ਤਾਂ ਇਹ ਸੀਗਾ ਮੁੱਖ ਕਾਰਨ। ਉਸ ਵੇਲੇ ਜਿਹੜੀ ਸਧਾਰਨ ਔਰ ਗਰੀਬ ਕਿਸਾਨੀ ਹੈ, ਉਹਨਾਂ ਦੇ ਜਿਹੜੇ ਬੱਚੇ, ਉਹਨਾਂ ਨੂੰ ਬਾਹਰ ਜਾਣਾ ਪਿਆ ਕਿ ਉਹ ਜਾ ਕੇ ਉੱਥੋਂ ਕਮਾ ਕੇ ਪੈਸਾ ਜਿਹੜਾ ਲਿਆਉਂਦੇ ਸੀਗੇ। ਤਾਂ ਇਹ ਜਿਹੜੀ ਸ਼ੁਰੂਆਤ ਹੈ, ਉਹ ਹੋਰ ਤਰ੍ਹਾਂ ਦਾ ਪ੍ਰਵਾਸ ਸੀਗਾ ਕਿ ਉਹ ਲੋਕ ਜਿਹੜੇ ਗਏ ਆ ਪਹਿਲੇ, ਉਹ ਕਦੇ ਵੀ ਆਪਣੇ ਪਰਿਵਾਰ ਤੋਂ, ਕਦੇ ਆਪਣੇ ਸਮਾਜ ਤੋਂ, ਆਪਣੇ ਸੱਭਿਆਚਾਰ ਤੋਂ ਟੁੱਟੇ ਨਹੀਂ। ਉਹ ਉੱਥੋਂ ਗਏ, ਉਹਨਾਂ ਨੇ ਉੱਥੇ ਹੱਡ ਭੰਨਵੀਂ ਮਿਹਨਤ ਕੀਤੀ, ਬੜਾ ਸੰਜਮ ਨਾਲ ਆਪਣਾ ਜੀਵਨ ਗੁਜ਼ਾਰਿਆ ਔਰ ਪੈਸੇ ਬਚਾਏ ਔਰ ਉਹ ਪੈਸੇ ਇੱਧਰ ਲਿਆਂਦੇ। ਉਹਦੇ ਨਾਲ ਉਹਨਾਂ ਨੇ ਕੁਛ ਨਾ ਸਿਰਫ ਆਪਣੇ ਪਰਿਵਾਰਾਂ ਦਾ ਸਵਾਰਿਆ, ਬਲਕਿ ਆਪਣੇ ਇਲਾਕੇ ਦਾ ਕੋਈ ਸਵਾਰਿਆ। ਤੁਸੀਂ ਦੇਖੋ, ਉਹਨਾਂ ਨੇ ਆ ਕੇ ਇੱਥੇ ਜ਼ਮੀਨ ਖਰੀਦੀ, ਹੋਰ ਜਿਹੜੇ ਘਰ ਅੱਛੇ ਆਪਣੇ ਪਰਿਵਾਰ ਵਾਸਤੇ ਬਣਾਏ, ਜਿਹੜੇ ਹੋਰ ਕਰਜ਼ਾ ਲਾਇਆ, ਹੋਰ ਆਪਣੀਆਂ ਭੈਣਾਂ ਦੇ ਵਿਆਹ ਕੀਤੇ, ਸਾਰਾ ਉਹ ਆਪਣੇ ਪਰਿਵਾਰ ਲਈ ਕੀਤਾ। ਪਰ ਉਹਦੇ ਨਾਲ ਨਾਲ ਉਹਨਾਂ ਨੇ ਇਲਾਕੇ ਦੇ ਜਿਹੜੀ ਹੈ ਵਿਕਾਸ ਦੇ ਵਿੱਚ ਯੋਗਦਾਨ ਪਾਇਆ। ਉਹਨਾਂ ਨੇ ਸਕੂਲ ਖੋਲ੍ਹੇ, ਕਾਲਜ ਖੋਲ੍ਹੇ, ਹਸਪਤਾਲ ਬਣਾਏ, ਹੋਰ ਨਹੀਂ ਤਾਂ ਗੁਰਦੁਆਰਾ ਸਾਹਿਬ ਨਾਲ ਯਾਤਰੂਆਂ ਲਈ ਕਮਰੇ ਬਣਾ ਦਿੱਤੇ। ਹਰ ਪੱਖੋਂ ਆਪਾਂ ਸੋਚੀਏ ਕਿ ਉਹਨਾਂ ਦੀ ਕਹਾਂ ਪੱਖੀ ਦੇਣ ਪੰਜਾਬ ਨੂੰ ਸੀ। ਲੇਕਿਨ ਜਦੋਂ ਅਸੀਂ ਪਹੁੰਚਦੇ ਹਾਂ ਹਰੇ ਇਨਕਲਾਬ ਦੇ ਵਿੱਚ, ਤਾਂ ਜਿਹੜਾ ਦੁਖਾਂਤ ਇਹ ਹੋਇਆ ਕਿ ਹਰੇ ਇਨਕਲਾਬ ਦੇ ਵਿੱਚ ਜਿਹੜੀ ਪੰਜਾਬ ਦਾ ਰਵਾਇਤੀ ਸੱਭਿਆਚਾਰ ਔਰ ਕਦਰਾਂ ਕੀਮਤਾਂ ਸੀਗੀਆਂ, ਉਹ ਖਤਮ ਹੋ ਗਿਆ ਉਹਨਾਂ ਦਾ। ਅਤੇ ਜਿਹੜਾ ਸਾਡੇ 'ਤੇ ਜਿਹੜਾ ਪੱਛਮੀ ਖਪਤਕਾਰੀ ਦਾ ਸਾਮਰਾਜੀ ਸੱਭਿਆਚਾਰ ਹੈ, ਉਹ ਭਾਰੂ ਹੋ ਗਿਆ। ਤਾਂ ਉਹ ਫਿਰ ਜਿਹੜਾ ਪ੍ਰਵਾਸ ਦੇ ਵਿੱਚ ਵੀ ਬੁਨਿਆਦੀ ਤਬਦੀਲੀ ਆਈ ਹੈ ਕਿ ਜਿਹੜਾ ਹੁਣ ਦਾ ਪ੍ਰਵਾਸ ਹੈ, ਉਹ ਉਸ ਪ੍ਰਵਾਸ ਨਾਲੋਂ ਬਹੁਤ ਵੱਖਰਾ ਹੈ। ਅਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ, ਜੇ ਉਸ ਪ੍ਰਵਾਸ ਨੂੰ ਅਸੀਂ ਕੁਦਰਤੀ ਪ੍ਰਵਾਸ ਕਹਿ ਦਈਏ, ਤਾਂ ਜਿਹੜਾ ਹੁਣ ਵਾਲਾ ਪ੍ਰਵਾਸ ਹੈ ਸਾਮਰਾਜੀ ਪ੍ਰਵਾਸ ਹੈ, ਕਿ ਇਹਦੇ ਕਾਰਨ ਉਹਦੇ ਨਾਲੋਂ ਵੱਖਰੇ ਹੈ। ਔਰ ਜਿਹੜੇ ਲੋਕ ਪ੍ਰਵਾਸ ਕਰਕੇ ਜਾ ਰਹੇ, ਉਹਨਾਂ ਦਾ ਜਮਾਤੀ ਖਾਸਾ ਵੀ ਵੱਖਰਾ ਹੈਗਾ। ਠੀਕ ਹੈ ਕਿ ਕੋਈ 100% ਦੀ ਗੱਲ ਨਹੀਂ ਹੁੰਦੀ। ਆਪਾਂ ਜਿਹੜੀ ਵੀ ਗੱਲ ਕਰਦੇ ਹਾਂ ਨਾ, ਉਹ ਮੁੱਖ ਤੌਰ 'ਤੇ ਕਹਿੰਦੇ ਵੀ ਕਿਹੜਾ ਮੁੱਖ ਅੰਸ਼ ਉਸ ਵੇਲੇ ਕੀ ਸੀਗਾ। ਉਦੋਂ ਗਰੀਬ ਔਰ ਸਧਾਰਨ ਕਿਸਾਨੇ ਮੁੱਖ ਤੌਰ 'ਤੇ ਪ੍ਰਵਾਸ ਕਰ ਰਹੇ ਸੀਗੇ। ਹੁਣ ਜਿਹੜੇ ਹੈਗੇ ਨੇ, ਜਿਹੜੇ ਸਮਾਜ ਦੇ ਜਿਹੜੇ ਵਰਗ ਨੇ ਜਿਹੜੇ ਪ੍ਰਵਾਸ ਕਰ ਰਹੇ ਨੇ, ਇਹ ਉਹ ਵਰਗ ਨੇ ਜਿਹੜੇ ਮਸਲਨ ਕਿ IAS ਅਫਸਰਾਂ ਦੇ ਬੱਚੇ ਆ, IPS ਅਫਸਰਾਂ ਦੇ ਬੱਚੇ ਆ, ਅਮੀਰ ਕਿਸਾਨੇ ਦੇ ਬੱਚੇ ਆ, ਪੜ੍ਹੀ ਲਿਖੀ ਮੱਧ ਸ਼੍ਰੇਣੀ ਦੇ ਬੱਚੇ ਆ। ਅਤੇ ਇਹ ਸਾਰੇ ਲੋਕ ਨੇ, ਇਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇੱਥੇ ਪੰਜਾਬ 'ਚ ਰਹਿ ਕੇ ਇਹ ਗਰੀਬੀ ਤੋਂ ਜਾਂ ਭੁੱਖਮਰੀ ਤੋਂ ਜਾਂ ਇਹਨਾਂ ਨੂੰ ਕੋਈ ਇਹੋ ਜਿਹੀ ਮੁਸੀਬਤ ਸੀਗੀ। ਤਾਂ ਇਹ ਚੰਗੇ ਪਰਿਵਾਰਾਂ 'ਚੋਂ ਨੇ, ਜਿਹੜੇ ਪੈਸੇ ਖਾਂਦੇ ਪੀਂਦੇ ਪਰਿਵਾਰਾਂ ਤੋਂ। ਤਾਂ ਆਖਰ ਇਹਨਾਂ ਦਾ ਕੀ ਮਤਲਬ ਮੁੱਖ ਜਿਹੜਾ ਹੈਗਾ ਕੀ ਮੰਤਵ ਹੈ? ਤਾਂ ਮੁੱਖ ਮੰਤਵ ਜਿਹੜਾ ਹੈਗਾ ਉਹ ਹੈਗਾ ਕਿ ਥੋੜ੍ਹੇ ਤੋਂ ਥੋੜ੍ਹੇ ਸਮੇਂ 'ਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਿਸ ਤਰ੍ਹਾਂ ਬਣਾਇਆ ਜਾਵੇ। ਔਰ ਉਹਦਾ ਕੀ ਕਾਰਨ ਹੈ ਕਿ ਜਦੋਂ ਪਹਿਲਾਂ
ਜਿਹੜਾ ਸਾਡਾ ਜਿਹੜਾ ਜਿਹਨੂੰ ਆਪਾਂ ਐਕਸਚੇਂਜ ਰੇਟ ਕਹਿੰਦੇ ਆ ਕਿ 1950 ਤੱਕ $1 ਅਮਰੀਕੀ ₹1 ਦਾ ਬਰਾਬਰ ਦਾ ਸੀਗਾ, ਅਤੇ ਹੁਣ ਤੁਸੀਂ ਦੇਖੋ ਕਿ 73 ਰੁਪਏ 74 ਰੁਪਏ ਦਾ $1 ਹੈ। ਇਸੇ ਤਰ੍ਹਾਂ ਇੱਕ ਪਾਊਂਡ ਦਾ 100 ਰੁਪਏ ਤੋਂ ਵੱਧ ਹੈ, ਕੈਨੇਡੀਅਨ ਡਾਲਰ 60 ਰੁਪਏ ਦਾ। ਤਾਂ ਹੁਣ ਜਦੋਂ ਇਹ ਜਿਹੜੀ ਮੁੱਖ ਅੱਜ ਹੋ ਗਈ ਹੈ ਗੱਲ ਕਿ ਖਪਤਕਾਰੀ ਜਿਹੜੀ ਹੈਗੇ ਸੱਭਿਆਚਾਰ ਸਾਡੇ ਸਾਰਿਆਂ ਦੇ ਭਾਰੂ ਹੈ, ਤਾਂ ਅਸੀਂ ਸਾਡਾ ਜੀਵਨ ਦਾ ਜਿਹੜਾ ਉਦੇਸ਼ ਹੀ ਹੈ ਬਹੁਤ ਸਾਰੇ ਲੋਕਾਂ ਦਾ ਉਹ ਹੈ ਵੀ ਥੋੜ੍ਹੇ ਤੋਂ ਥੋੜ੍ਹੇ ਸਮੇਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਇਆ ਜਾਵੇ ਔਰ ਫਿਰ ਉਸ ਪੈਸੇ ਦੇ ਨਾਲ ਸੁੱਖ ਸਹੂਲਤਾਂ ਜਿਹੜੀਆਂ ਹਾਸਲ ਕੀਤੀਆਂ ਜਾਣ, ਤਾਂ ਉਹਦੇ ਵਿੱਚ ਪ੍ਰਵਾਸ ਫਿੱਟ ਹੁੰਦਾ ਹੈ। ਸਰ ਮੈਂ ਇੱਕ ਗੱਲ ਹੋਰ ਸਮਝਣੀ ਚਾਹੁੰਦਾ, ਜੇ ਆਪਾਂ ਗੱਲ ਕਰੀਏ ਕਿ ਖਾਸ ਕਰਕੇ ਪੰਜਾਬ ਦਾ ਹਰ ਸਾਲ ਕਿੰਨਾ ਕੁ ਪੈਸਾ ਬਾਹਰ ਲੱਗ ਜਾਂਦਾ, ਤੁਸੀਂ ਇਹ ਦੇਖੋ ਨਾ, ਅੰਦਾਜ਼ਾ ਲਾਓ ਕਿ ਪਹਿਲਾਂ ਤਾਂ ਤੁਸੀਂ ਵੀ ਚਲੋ ਆਪਾਂ ਇਹ ਗੱਲ ਕਰਦੇ ਹਾਂ ਕੈਨੇਡਾ ਬਨਾਮ ਪੰਜਾਬ, ਕੈਨੇਡਾ ਵਰਸਸ ਪੰਜਾਬ ਹੈ। ਹੁਣ ਇੱਕ ਜਿਹੜਾ ਕੈਨੇਡਾ ਦੇ ਵਿੱਚ ਬੱਚਾ ਪੈਦਾ ਹੁੰਦਾ ਹੈ, ਉਸ ਨੂੰ 18 ਸਾਲ ਤੱਕ ਪਾਲਣ ਲਈ ਕੈਨੇਡੀਅਨ ਜਿਹੜੀ ਸਰਕਾਰ ਹੈ ਉਹਦਾ $10 ਲੱਖ ਖਰਚਾ ਆਉਂਦਾ ਹੈ, ਅਤੇ ਉਹ ਲਗਭਗ 6 ਕਰੋੜ ਰੁਪਇਆ ਬਣਦਾ ਹੈ। ਤਾਂ ਸਿੱਧਾ ਹੀ ਜਿਹੜਾ ਹੈਗਾ 6 ਕਰੋੜ ਰੁਪਇਆ ਤਾਂ ਉਹਨਾਂ ਨੂੰ, ਇੱਕ ਸਾਡਾ ਬੱਚਾ ਚਲਾ ਗਿਆ ਜਿਹੜਾ ਪਲਿਆ ਪਲਾਇਆ ਅਤੇ ਉਹਨਾਂ ਦਾ ਬਚ ਗਿਆ, ਅਤੇ ਕਹਿੰਦੇ ਮਨੀ ਸੇਵਡ ਇਜ਼ ਮਨੀ ਅਰਨਡ, ਜਿਹੜੇ ਤੁਹਾਡੇ ਬੱਚਤ ਹੋ ਗਈ ਉਹ ਤੁਹਾਨੂੰ ਇਨਕਮ ਹੋ ਗਈ। ਤਾਂ ਇੱਕ ਬੱਚੇ ਤੋਂ 6 ਕਰੋੜ ਰੁਪਇਆ ਹੋ ਗਿਆ, ਅਤੇ 1 ਲੱਖ ਜਾਂ 1.5 ਲੱਖ ਉਹਨੂੰ ਰਿਜ਼ਰਵ ਕਰਕੇ ਦੇਖੋ ਕਿੰਨਾ ਅਰਬਾਂ ਦੇ ਵਿੱਚ ਰੁਪਇਆ ਜਿਹੜਾ ਉਹਨਾਂ ਨੂੰ ਫਾਇਦਾ ਹੋ ਰਿਹਾ। ਦੂਸਰੀ ਚੀਜ਼ ਕਿ ਸਾਡੇ ਬੱਚੇ ਜਾਂਦੇ ਆ ਅਤੇ ਉਹਨਾਂ ਨੂੰ ਕੈਨੇਡਾ ਦੇ ਵਿੱਚ 3 ਗੁਣਾ ਜਿਹੜੀ ਫੀਸ ਲਾਈ ਜਾਂਦੀ ਆ ਉਹਨਾਂ ਨੂੰ, ਫਿਰ ਉਹਨਾਂ ਦਾ ਰਹਿਣ ਸਹਿਣ ਦਾ ਖਰਚਾ ਵੀ ਕੁਛ ਕਰਨਾ ਪੈਂਦਾ ਜਿਹੜੇ। ਤਾਂ ਇੱਕ ਅੰਦਾਜ਼ਾ ਹੈਗਾ ਕਿ ਕੈਨੇਡੀਅਨ ਸਰਕਾਰ ਨੂੰ $5.5 ਅਰਬ ਸਾਲਾਨਾ ਜਿਹੜਾ ਹੈਗਾ ਆਮਦਨ ਹੋ ਰਹੀ ਹੈ। ਤਾਂ ਇਹ ਵੀ ਜਿਹੜਾ ਕਿੱਥੋਂ ਆ ਰਿਹਾ ਪੈਸਾ ਹੈ, ਉਹ ਜ਼ਾਹਰ ਹੈ ਕਿ ਉਹ ਪੰਜਾਬ ਤੋਂ ਜਾ ਰਿਹਾ। ਅੱਛਾ, ਫਿਰ ਇਹ ਬੱਚੇ ਜਦੋਂ ਇਹਨਾਂ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੱਚੇ ਜਿਹੜੇ ਜਾ ਰਹੇ ਨੇ ਇਹ ਪੜ੍ਹਨ ਨਹੀਂ ਜਾ ਰਹੇ, ਇਹ PR ਲੈਣ ਜਾ ਰਹੇ ਹੈ। PR ਦਾ ਮਤਲਬ ਪਰਮਾਨੈਂਟ ਰੈਜ਼ੀਡੈਂਸੀ ਹੈ। ਤਾਂ ਪਰਮਾਨੈਂਟ ਰੈਜ਼ੀਡੈਂਸੀ 'ਤੇ ਪਹਿਲਾਂ ਤਾਂ ਇਹਨਾਂ ਦਾ ਇੱਥੋਂ ਜਾਣ ਦਾ, ਆਈਲੈਟਸ ਕਰਨ ਦਾ, ਜਾਣ ਦਾ ਉਹ ਖਰਚਾ, ਫਿਰ ਉੱਥੇ ਫੀਸਾਂ ਦੇਣ ਦਾ ਖਰਚਾ, ਫਿਰ ਇੱਕ ਖਰਚਾ PR ਲੈਣ ਦਾ ਹੈਗਾ, ਉਹ ਵੀ ਬਹੁਤ ਖਰਚਾ ਜਿਹੜਾ ਵੱਧ ਗਿਆ ਹੈਗਾ। ਤਾਂ ਕਈ ਵਾਰੀ ਅੱਜ ਕੱਲ੍ਹ ਪਹਿਲਾਂ ਕਹਿੰਦੇ ਕਿ ਪੰਜਾਬੀ ਜਿਹੜੇ ਦੂਜੇ ਉਹ, ਕਿਉਂਕਿ ਉਹ ਇੰਪਲਾਇਡ ਜਿਹੜਾ ਹੁੰਦਾ, ਜਿਹੜਾ ਤੁਹਾਨੂੰ ਨੌਕਰੀ ਦਿੰਦਾ ਉਹ ਲਿਖ ਕੇ ਦਿੰਦਾ ਤੁਹਾਡੇ 'ਤੇ ਵੀ ਇਹ ਮੈਂ ਇਹਨੂੰ ਰੱਖਿਆ ਹੋਇਆ ਵੀ ਤਾਂ ਕਿ ਕੈਨੇਡੀਅਨ ਸਰਕਾਰ ਕਿ ਹਾਂ ਜੀ ਇਹਦੇ ਬੰਦੇ ਲਈ ਕੰਮ ਹੈਗਾ, ਤਾਂ ਉਹ ਇੱਕ ਸਰਟੀਫਿਕੇਟ ਦਿੰਦੇ। ਅੱਗੇ ਉਹ $14-15 ਹਜ਼ਾਰ 'ਚ ਦੇ ਦਿੰਦੇ ਸੀਗੇ, ਹੁਣ ਉਹ $50,000 ਤੋਂ $1,00,000 ਦੀ ਮੰਗ ਕਰ ਰਹੇ ਆ। ਤਾਂ ਇਹ ਖਰਚਾ ਉਹਦੇ ਟੌਪ, ਪਹਿਲਾਂ ਜਾਣ ਦਾ ਖਰਚਾ, ਫੀਸਾਂ ਦਾ ਖਰਚਾ, ਅਤੇ ਉਹਦੇ ਉੱਪਰ PR ਲੈਣ ਦਾ ਖਰਚਾ। ਤਾਂ ਇਹ ਸਾਰਾ ਪੈਸਾ ਕਿੱਥੋਂ ਆ ਰਿਹਾ? ਪੰਜਾਬ ਦਾ ਪੈਸਾ, ਕਿਉਂ ਪੰਜਾਬ ਦਾ ਪੈਸਾ ਕੁਛ ਲੋਕ ਤਾਂ ਚਲੋ ਉਹਨਾਂ ਕੋਲ ਹੈ ਪੈਸਾ, ਉਹਨਾਂ ਦੀ ਸੇਵਿੰਗ ਹੈ ਜਾਂ ਕਿੱਥੋਂ ਵੀ ਉਹਨਾਂ ਨੇ ਇਕੱਠਾ ਕੀਤਾ। ਕੁਛ ਲੋਕ ਜਿਹੜੇ ਨੇ ਬਹੁਤ ਸਾਰੇ ਨੇ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਵੇਚ ਕੇ ਜਿਹੜਾ ਹੈਗਾ ਜਾਂ ਕਰਜ਼ਾ ਚੁੱਕ ਕੇ ਜਿਹੜਾ ਇਹ ਪੈਸਾ ਦੇਣਾ ਪੈਂਦਾ ਹੈ। ਅੱਛਾ, ਇਸ ਤੋਂ ਇਲਾਵਾ ਜਿਹੜਾ ਪੰਜਾਬ ਦਾ ਪੈਸਾ ਹੈਗਾ ਕਿ ਇਹ ਜਿਹੜੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਜਿਹੜੇ ਲੋਕ ਨੇ ਜਿਨ੍ਹਾਂ ਕੋਲ ਵਾਧੂ ਪੈਸਾ, ਚਾਹੇ ਅਫਸਰ ਨੇ, ਚਾਹੇ ਰਾਜਨੀਤਿਕ ਬੰਦੇ ਨੇ, ਜਾਂ ਉੱਦਾਂ ਹੀ ਅਮੀਰ ਲੋਕ ਨੇ, ਇਹ ਹੁਣ ਇਸ ਤੋਂ ਇਲਾਵਾ ਪੈਸਾ ਕੱਢ ਰਹੇ ਨੇ। ਉੱਥੇ ਜਾ ਕੇ ਹਜ਼ਾਰਾਂ ਏਕੜਾਂ ਦੇ ਫਾਰਮ ਖਰੀਦ ਰਹੇ ਆ, ਵੱਡੇ ਵੱਡੇ ਸ਼ਾਪਿੰਗ ਸੈਂਟਰ ਬਣਾ ਰਹੇ ਆ, ਮਤਲਬ ਕਈ ਜਿਹੜੇ ਆਪਾਂ ਇੱਥੇ ਕਹਿੰਦੇ ਆਪਾਂ ਪੈਟਰੋਲ ਪੰਪ, ਉੱਥੇ ਕਹਿੰਦੇ ਗੈਸ ਸਟੇਸ਼ਨ, ਉਹ ਵੱਡੀ ਗਿਣਤੀ 'ਚ ਖਰੀਦ ਰਹੇ ਸਾਰੇ ਪੰਜਾਬ ਦੇ ਪੈਸੇ ਨਾਲ। ਤਾਂ ਤੁਸੀਂ ਦੇਖੋ ਕਿ ਕਿੰਨਾ ਕੁ ਜਿਹੜਾ ਪੰਜਾਬ ਦਾ ਸਰਮਾਇਆ ਹੈਗਾ ਕਈ ਤਰ੍ਹਾਂ ਜਿਹੜਾ ਬਾਹਰ ਜਾ ਰਿਹਾ। ਫਿਰ ਇੱਥੇ ਗੱਲ ਬਸ ਨਹੀਂ, ਫਿਰ ਇਹ ਜਿਹੜੇ ਬੱਚੇ ਨੇ ਜਿਹੜੇ ਪਹਿਲੇ ਪ੍ਰਵਾਸੀ ਸੀਗੇ, ਉਹਨਾਂ ਦਾ ਇਹੀ ਹੁੰਦਾ ਸੀ ਕਿ ਹੁਣ ਅਸੀਂ ਵਾਪਸ ਜਾਈਏ, ਉੱਥੋਂ ਕਮਾ ਲਿਆ, ਹੁਣ ਠੀਕ ਹੈ ਵਾਪਸ ਇੱਥੇ। ਬਹੁਤ ਸਾਰੇ ਉਹਨਾਂ 'ਚੋਂ ਇੱਥੇ ਆ ਕੇ ਸੈਟਲ ਹੁੰਦੇ ਸੀਗੇ। ਹਾਂਜੀ, ਹੁਣ ਜਿਹੜੇ ਨੇ ਇਹ ਪਹਿਲਾਂ ਕਹਿ ਕੇ ਜਾਂਦੇ ਆ, ਕਹਿੰਦੇ ਨਾ ਅਸੀਂ ਆਉਣਾ ਨਾ ਸਾਡੇ ਬੱਚਿਆਂ ਨੇ ਆਉਣਾ। ਤੋ ਆਪਣੇ ਬਜ਼ੁਰਗ ਮਾਪਿਆਂ ਨੂੰ ਪੰਜਾਬ ਦੀ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚੋਂ ਹਰ ਸਾਲ ਕਿੰਨੇ ਕੁ ਨੌਜਵਾਨ ਬਾਹਰ ਜਾਂਦੇ ਨੇ? ਦੇਖੋ ਜੀ, ਇਹ ਗਿਣਤੀ ਲੱਖਾਂ ਦੇ ਵਿੱਚ ਹੈ ਹੁਣ। ਤੋ ਇਕੱਲੇ ਕੈਨੇਡਾ ਦੇ ਵਿੱਚ ਅੰਦਾਜ਼ਾ ਹੈਗਾ ਕਿ 1 ਲੱਖ ਤੋਂ 1.5 ਲੱਖ ਬੱਚਾ ਹਰ ਸਾਲ ਜਾ ਰਿਹਾ। ਹਾਂ, ਜਾਂਦਾ ਜੀ। ਹਾਂਜੀ, ਤਾਂ ਫਿਰ ਇਹ ਬੱਚੇ ਜਦੋਂ ਫਿਰ ਉੱਥੇ ਜਾ ਕੇ ਜਦੋਂ PR ਮਿਲ ਜਾਂਦਾ ਇਹਨਾਂ ਨੂੰ, ਤਾਂ ਫਿਰ ਇਹ ਮਾਂ ਬਾਪ ਨੂੰ ਇੱਥੇ ਕਹਿੰਦੇ ਆ ਕਿ ਦੇਖੋ ਨਾ ਅਸੀਂ ਵਾਪਸ ਆਉਣਾ, ਨਾ ਸਾਡੇ ਬੱਚਿਆਂ ਨੇ ਆਉਣਾ, ਅਤੇ ਤੁਸੀਂ ਜਿਹੜੀ ਜ਼ਮੀਨ ਜਾਇਦਾਦ ਇੱਥੇ ਹੈ ਇਹ ਵੀ ਵੇਚੋ ਅਤੇ ਪੈਸਾ ਉੱਥੇ ਲਿਆਓ, ਉਹਦੇ ਨਾਲ ਸਾਨੂੰ ਇੱਥੇ ਸੈੱਟ ਹੋਣ, ਅਸੀਂ ਉਹਦੇ ਘਰ ਖਰੀਦਣਾ, ਜੋ ਵੀ ਸਾਡੇ ਖਰਚੇ ਨੇ ਉਹਦੇ ਸਾਡੀ ਮਦਦ ਕਰੋ। ਫਿਰ ਇੰਨਾ ਹੀ ਇੱਥੇ ਹੀ ਬਸ ਨਹੀਂ,
ਫਿਰ ਇਹ ਕਹਿੰਦੇ ਨੇ ਮਾਵਾਂ ਵੀ ਹੁਣ ਤੁਸੀਂ ਦੇਖੋ ਅਸੀਂ ਵੀ ਇੱਧਰ ਨਾ ਸਾਡੇ ਬੱਚੇ, ਤੁਸੀਂ ਇਕੱਲੇ ਇੱਥੇ ਕੀ ਕਰੋਗੇ, ਤੁਹਾਡੇ ਘਰ ਬਾਹਰ ਵੀ ਵੇਚਤਾ, ਜਾਇਦਾਦ ਵੀ ਵੇਚ, ਤੁਸੀਂ ਵੀ ਕੈਨੇਡਾ ਆ ਜਾਓ, ਤੁਹਾਨੂੰ ਪੈਨਸ਼ਨ ਲੱਗ ਜਾਏਗੀ। ਚਲੋ ਜੀ ਉਹ ਵੀ ਚਲੇ ਗਏ। ਅੱਛਾ, ਪੈਨਸ਼ਨ ਵੀ ਫਿਰ ਇਹ ਜਿਹੜੀ ਹੈਗੀ ਆ ਉਹ ਅਕਸਰ ਇਹ ਦੇਖਣ ਨੂੰ ਮਿਲਿਆ ਕਿ ਉਹ ਜਿਹੜੀ ਪੈਨਸ਼ਨ ਬੁੱਢੇ ਲੈਂਦੇ ਨੇ, ਬਜ਼ੁਰਗ ਲੋਕ ਲੈਂਦੇ ਨੇ, ਉਹ ਸਾਰੇ ਉਹ ਕਹਿੰਦੇ ਦੇਖੋ ਜੀ ਸਾਨੂੰ ਸਾਡੇ ਮਕਾਨ ਦੀ ਕਿਸ਼ਤ ਦੇਣ ਵਾਲੀ, ਸਾਡੇ ਕਾਰ ਦੀ ਕਿਸ਼ਤ ਦੇਣ, ਉਹ ਵੀ ਪੈਸਾ ਉਹਨਾਂ ਤੋਂ ਲੈ ਲੈਂਦੇ ਆ। ਹਾਂਜੀ, ਤਾਂ ਇਸ ਕਰਕੇ ਬਹੁਤ ਸਾਰੇ ਜਿਹੜੇ ਬਜ਼ੁਰਗ ਹੈ ਉੱਥੇ ਕਈ ਕਾਰਨ ਨੇ ਕਿ ਉਹਨਾਂ ਦੇ ਉੱਥੇ ਮੌਸਮ ਦਾ ਹੈ ਫਰਕ, ਸੱਭਿਆਚਾਰ ਦਾ ਫਰਕ ਹੈ, ਮਤਲਬ ਜਿਹੜਾ ਹੈਗਾ ਬੋਲੀ ਦਾ ਫਰਕ ਹੈ। ਜੇ ਬੋਲੀ ਕੁਝ ਪੜ੍ਹੇ ਲਿਖੇ ਪਹਿਲਾਂ ਤਾਂ ਬਹੁਤ ਸਾਰੇ ਜੋ ਅੰਗਰੇਜ਼ੀ ਆਉਂਦੀ ਨਹੀਂ, ਜਿਨ੍ਹਾਂ ਨੂੰ ਕੋਈ ਮਾੜੀ ਮੋਟੀ ਆਉਂਦੀ ਹੈ ਉਹਨਾਂ ਨੂੰ ਉੱਥੋਂ ਦਾ ਲਹਿਜਾ ਨਹੀਂ, ਐਕਸੈਂਟ ਨਹੀਂ ਸਮਝ ਆਉਂਦਾ। ਤਾਂ ਇੱਕ ਹੈਗਾ ਕਿ ਜਿਹੜੇ ਫਾਸਲੇ ਬੜੇ ਦੂਰ ਦੂਰ ਨੇ। ਕੈਨੇਡਾ ਬਹੁਤ ਵੱਡਾ ਮੁਲਕ ਹੈ, ਸਾਡੇ ਨਾਲੋਂ ਉਹਦਾ ਖੇਤਰਫਲ ਬਹੁਤ ਜ਼ਿਆਦਾ ਹੈ ਪੰਜਾਬ ਨਾਲੋਂ। ਤਾਂ ਇਸ ਕਰਕੇ ਉੱਥੇ ਇੱਕ ਪੁਆਇੰਟ A ਟੂ ਪੁਆਇੰਟ B ਇੱਕ ਤੋਂ ਦੂਜੇ ਜਾਣਾ ਹੋਵੇ ਤਾਂ ਬਹੁਤ ਹੀ ਦੂਰੀ ਹੈ ਜੀ। ਤਾਂ ਦੂਰੀ ਜਿਹੜੀ ਹੈ ਉਹ ਫਿਰ ਇਹ ਬੰਦਾ ਨਹੀਂ ਇੱਥੇ ਹੁਣ ਬਜ਼ੁਰਗ ਹੈਗਾ, ਇੱਥੇ ਬਜ਼ੁਰਗ ਇੱਕ ਥਾਂ ਰਹਿੰਦਾ, ਉਹ ਚਲੋ ਨਾਲ ਆਂਢ ਗੁਆਂਢ ਚਲਾ ਗਿਆ, ਕਿਤੇ ਕੋਈ ਦੁਕਾਨ ਉੱਥੇ ਚਲਾ ਗਿਆ, ਨਾਲ ਕੋਈ ਪਾਰਕ ਉੱਥੇ ਚਲਾ ਗਿਆ, ਹੋਰ ਨਹੀਂ ਗੁਰਦੁਆਰੇ ਜਾ ਕੇ ਮੱਥਾ ਟੇਕ ਲਿਆ। ਤਾਂ ਬਜ਼ੁਰਗ ਜਿਹੜੇ ਨੇ ਉਹ ਮਤਲਬ ਉਹਨਾਂ ਨੂੰ ਆਉਣ ਜਾਣ 'ਚ ਆਵਾਜਾਈ 'ਚ ਆਜ਼ਾਦੀ ਹੈ। ਉੱਥੇ ਜਾ ਕੇ ਉਹ ਮੁਹਤਾਜ ਹੋ ਜਾਂਦੇ ਨੇ, ਮਤਲਬ ਕਿ ਉਹ ਇੱਕ ਤਾਂ ਇੰਨੀ ਠੰਡ ਹੈ ਕਿ ਉੱਦਾਂ ਹੀ ਬੰਦਾ ਤੁਰ ਫਿਰ ਨਹੀਂ ਸਕਦਾ, ਅਤੇ ਦੂਜਾ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੇ, ਫਿਰ ਉਹ ਕਾਰਾਂ ਨਹੀਂ ਚਲਾਉਣੀਆਂ ਆਉਂਦੇ, ਕਈ ਕਾਰਨਾਂ ਕਰਕੇ। ਤਾਂ ਨਾਲੇ ਤਾਂ ਸਾਡਾ ਪੈਸਾ ਜਾ ਰਿਹਾ ਇੱਥੋਂ, ਨਾਲੇ ਸਾਰੇ ਬੁਢਾਪਾ ਜਿਹੜਾ ਉਹ ਰੁਲ ਰਿਹਾ ਹੈ। ਮਤਲਬ ਤਾਂ ਕਈ ਤਰ੍ਹਾਂ ਜਿਹੜਾ ਹੈਗਾ ਨੇ, ਫਿਰ ਉਹਦੇ ਨਾਲ ਜਿਹੜੇ ਸਾਡੇ ਰਿਸ਼ਤੇ ਆ ਉਹਨਾਂ ਦਾ ਘਾਣ ਹੋ ਰਿਹਾ ਕਿ ਜਿਹੜੇ ਰਵਾਇਤੀ ਰਿਸ਼ਤੇ ਸੀਗੇ, ਉਹ ਜਿਹੜੀ ਰਿਸਪੈਕਟ ਸੀਗੀ, ਕੋਈ ਇੱਕ ਸਾਡੇ ਅਸੀਂ ਰਿਸ਼ਤਿਆਂ ਦੀ ਪਵਿੱਤਰਤਾ ਨੂੰ, ਰਿਸ਼ਤਿਆਂ ਦੇ ਨਿੱਘ ਨੂੰ ਮਾਣਦੇ ਸੀ, ਉਹ ਸਾਰਾ ਕੁਝ ਖਤਮ ਹੋ ਰਿਹਾ। ਹੁਣ ਜਦੋਂ ਮਸਲਨ ਕਿਸੇ ਵਿਆਹ ਦਾ ਜਿਹੜਾ ਰਿਸ਼ਤਾ ਸੀ ਇੱਥੇ, ਜਿਹੜੇ ਰਵਾਇਤੀ ਸਾਡਾ ਸੀ ਬੜਾ, ਅਸੀਂ ਕਹਿੰਦੇ ਸੀ ਬੜਾ ਇੱਕ ਸਤਿਕਾਰਤ ਹੈ, ਬਲਕਿ ਮਾਂ ਬਾਪ ਇਹ ਸਮਝਦੇ ਹੁੰਦੇ ਸੀਗੇ ਕਿ ਨੈਤਿਕ ਸਾਡਾ ਫਰਜ਼ ਹੈ, ਖਾਸ ਕਰਕੇ ਲੜਕੀ ਦੀ ਇੱਕ ਸਾਡੀ ਜ਼ਿੰਮੇਵਾਰੀ ਹੈ, ਕਿ ਸਮਾਜਿਕ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਲੜਕੀ ਨਾਲ ਵਿਆਹ ਕਰੀਏ। ਅੱਛਾ, ਅਤੇ ਉਹ ਇਸ ਭਾਵਨਾ ਨਾਲ ਆਪਣੀ ਜ਼ਿੰਮੇਵਾਰੀ ਸਮਝ ਕੇ, ਹੁਣ ਕੀ ਹੋ ਗਿਆ, ਹੁਣ ਇਹਦੇ 'ਚ ਇਹ ਵਪਾਰੀਕਰਨ ਔਰ ਮੰਡੀਕਰਨ ਹੋ ਗਿਆ। ਉਹਦੇ ਮਾਂ ਬਾਪ ਕੋ ਕਹਿੰਦੇ ਅਸੀਂ ਆਈਲੈਟ ਕਰਾ ਦਿੱਤਾ, ਉਹ ਫਿਰ ਕਹਿੰਦੇ ਨੇ ਵੀ ਇਹਦੇ 'ਚੋਂ ਵੀ ਸਾਡੀ ਕੁੜੀ ਦਾ ਹੁਣ ਖਰਚਾ ਤੁਸੀਂ ਦਿਓ। ਮਤਲਬ ਇਹਦੇ ਵਿੱਚੋਂ ਜਿਹੜੀ ਉਹ ਭਾਵਨਾ ਸੀ, ਜਿਹੜੀ ਸਤਿਕਾਰ ਦੇ ਰਿਸ਼ਤਿਆਂ ਦੀ ਭਾਵਨਾ ਸੀ, ਉਹਦੇ ਥਾਂ 'ਤੇ ਹੁਣ ਜਿਹੜਾ ਹੈਗਾ ਉਹਨੇ ਜਿਹੜੀ ਵਪਾਰੀਕਰਨ ਔਰ ਮੰਡੀਕਰਨ, ਲੈਣ ਦੇਣ ਦਾ ਇੱਕ ਸੌਦੇਬਾਜ਼ੀ ਹੋ ਗਈ ਹੈ। ਤਾਂ ਇਹ ਇੱਕ ਜਿਹੜੀ ਵਿਆਹ ਦੀ ਪ੍ਰਥਾ ਸੀਗੀ ਉਹਦੀ ਸਤਿਕਾਰ ਜਿਹੜਾ ਖਤਮ ਹੋ ਗਿਆ। ਫਿਰ ਇੱਥੇ ਤੱਕ ਨਿਗਾਰ ਆ ਗਿਆ ਇਸ ਪ੍ਰਥਾ 'ਚ ਕਿ ਝੂਠੇ ਵਿਆਹ ਹੋ ਰਹੇ। ਝੂਠੇ ਵਿਆਹ ਵੀ ਇਹ ਨਹੀਂ, ਪਹਿਲਾਂ ਚਲੋ ਜੀ ਪਹਿਲਾਂ ਭੈਣ ਭਰਾ ਦਾ ਕਰਾ ਦਿੰਦੇ ਸੀਗੇ, ਫਿਰ ਇਹ ਹੋ ਗਿਆ ਜੀ ਕਦੇ ਪਿਓ ਧੀ ਦਾ ਕਰਾ ਤਾ, ਹੁਣ ਇੱਥੇ ਤੱਕ ਵੀ ਹੋ ਗਿਆ ਕਿ ਮਾਂ ਪੁੱਤ ਦਾ ਵੀ ਕਰਾ ਦਿਓ। ਤਾਂ ਮਤਲਬ ਇਹ ਜਿਹੜਾ ਹੈਗਾ ਕਿ ਇਹ ਸਾਡਾ ਨਿਗਾਰ ਜਿਹੜਾ ਵਧੇ ਜਾ ਰਿਹਾ ਹੈਗਾ, ਨਿਗਾਰ ਦੀ ਜਿਹੜੀ ਅਵਸਥਾ ਹੈਗੀ ਆ ਜਿਹੜੀ ਉਹ ਵਧੀ ਜਾ ਰਹੀ ਆ। ਤਾਂ ਰਿਸ਼ਤਿਆਂ ਦਾ ਸਾਡਾ ਘਾਣ ਹੋ ਗਿਆ, ਸਰਮਾਇਆ ਸਾਡਾ ਅੱਜ ਗਿਆ। ਅੱਛਾ, ਫਿਰ ਸਮਾਜ ਨੂੰ ਵਿਕਸਿਤ ਕਰਨ ਲਈ ਤਿੰਨ ਤਰ੍ਹਾਂ ਦੇ, ਕਿਸੇ ਵੀ ਸਮਾਜ ਨੂੰ ਵਿਕਸਿਤ ਕਰਨ ਲਈ ਤਿੰਨ ਤਰ੍ਹਾਂ ਦੇ ਵਸੀਲੇ ਚਾਹੀਦੇ ਹੁੰਦੇ ਆ, ਬੁਨਿਆਦੀ ਵਸੀਲੇ। ਇੱਕ ਜਿਹੜਾ ਮਨੁੱਖੀ ਵਸੀਲਾ, ਇੱਕ ਹੈਗਾ ਬੌਧਿਕ ਵਸੀਲਾ, ਅਤੇ ਇੱਕ ਹੈਗਾ ਜਿਹੜਾ ਸਰਮਾਏ ਦਾ ਵਸੀਲਾ, ਪੈਸਾ। ਹੁਣ ਤੁਸੀਂ ਦੇਖੋ ਤਿੰਨੇ ਹੀ ਸਾਡੇ ਜਿਹੜੇ ਬਾਹਰ ਜਾ ਰਹੇ ਨੇ, ਸਾਡਾ ਮਤਲਬ ਮਨੁੱਖੀ ਵਸੀਲੇ ਜਾ ਰਹੇ ਨੇ ਨੌਜਵਾਨ ਵੱਡੀ ਗਿਣਤੀ 'ਚ। ਫਿਰ ਜਿਨ੍ਹਾਂ ਨੇ ਇਹ ਬਹੁਤ ਸਾਰੇ ਨੌਜਵਾਨ ਇਹੋ ਜਿਹੇ ਨੇ ਜਿਹੜੇ ਇੱਥੇ ਜਿਨ੍ਹਾਂ ਦੇ ਮਾਂ ਬਾਪ ਪੜ੍ਹੇ ਲਿਖੇ ਆ, ਹਾਂਜੀ, ਮਿਡਲ ਕਲਾਸ ਦੇ ਪੜ੍ਹੇ ਲਿਖੇ ਪਰਿਵਾਰਾਂ 'ਚੋਂ ਨੇ। ਇੱਥੇ ਜੇ ਅਗਰ ਬੱਚੇ ਰਹਿੰਦੇ ਤਾਂ ਇਹਨਾਂ ਨੇ ਪੜ੍ਹ ਲਿਖ ਕੇ ਕੁਛ ਨਾ ਕੁਛ ਚੰਗੇ ਜਾ ਕੇ ਡਾਕਟਰ ਬਣ ਜਾਣੇ, ਕਿਸੇ ਇੰਜੀਨੀਅਰ ਬਣ ਜਾਣਾ ਸੀ, ਕਿਸੇ ਨੇ IAS ਅਫਸਰ ਬਣ ਜਾਣਾ ਸੀ, ਕਿਸੇ ਨੂੰ ਕਿਸੇ ਨੇ ਫੌਜ ਚਲੇ, ਏਅਰਫੋਰਸ। ਹੁਣ ਇਹ ਸਾਰੇ ਜਾ ਕੇ 95% ਨੇ ਉਹ ਕੰਮ ਕਰਨੇ ਨੇ ਜਿਨ੍ਹਾਂ ਦੇ ਕੋਈ ਪੜ੍ਹਾਈ ਦੀ ਜਾਂ ਕੋਈ ਯੂਨੀਵਰਸਿਟੀ ਦੀ ਐਜੂਕੇਸ਼ਨ ਜਾਂ ਕੋਈ ਉਚੇਰੀ ਵਿੱਦਿਆ ਦੀ ਲੋੜ ਨਹੀਂ। ਤਾਂ ਇਹਨਾਂ ਨੇ ਮਤਲਬ ਟਰੱਕ, ਸਭ ਤੋਂ ਵੱਡਾ ਪੇਸ਼ਾ ਟਰੱਕ ਡਰਾਈਵਰ ਹੈ, ਕਿਸੇ ਨੇ ਜੈਨੀਟਰ ਜਿਹਨੂੰ ਕਹਿੰਦੇ ਆਪਾਂ, ਜਿਹਨੂੰ ਮਤਲਬ ਇਹ ਉੱਥੇ ਜੈਨੀਟਰ ਕਹਿੰਦੇ ਨੇ, ਜਿਹਨੂੰ ਟੋਇਲਟ ਵਗੈਰਾ ਕਲੀਨਿੰਗ ਦੇ ਜੋਬ ਜਿਹੜੀ ਜੋ ਹੈ। ਫਿਰ ਇਹ ਮਤਲਬ ਪੀਜ਼ਾ ਡਿਲੀਵਰ ਕਰਨਾ, ਫਿਰ ਇਹ ਜਿਹੜਾ ਸਿਕਿਉਰਿਟੀ ਗਾਰਡ ਬਣ ਜਾਣਾ, ਫਾਰਮਾਂ 'ਚ ਬੈਰੀਆਂ ਤੋੜਨੀਆਂ, ਜਾਂ ਕੁੜੀਆਂ ਜਿਹੜੀਆਂ ਉਹ ਕਿਸੇ ਦੇ ਘਰ ਬੱਚੇ ਕਹਿੰਦੇ ਖਿਡਾਣੇ ਆਇਆ, ਨੈਨੀ ਦਾ ਕੰਮ ਕਰਨਾ। ਹੁਣ ਇਹਨਾਂ ਸਾਰਿਆਂ ਕੰਮਾਂ ਲਈ ਕੋਈ ਉਚੇਰੀ ਵਿੱਦਿਆ ਦੀ ਯੂਨੀਵਰਸਿਟੀ ਦੀ ਕਿਉਂ ਲੋੜ ਹੈ? ਵੀ ਸਾਨੂੰ ਜੋ ਇੱਥੇ ਕਹਿੰਦੇ ਨੇ, ਇੱਥੇ ਪ੍ਰਾਪੇਗੰਡਾ ਤਾਂ ਇਹ ਹੁੰਦਾ ਕਿ ਤੁਸੀਂ ਜੀ ਉੱਥੇ ਉਚੇਰੀ ਵਿੱਦਿਆ ਲੈਣ ਜਾ ਰਹੇ ਹੋ। ਹੁਣ ਜਦ ਇਹ ਜਿੰਨੇ ਮੈਂ ਤੁਹਾਨੂੰ ਕੰਮ ਗਿਣਾਏ ਨੇ ਵੀ 95% ਸਾਡੇ ਬੱਚਿਆਂ ਨੇ ਇਹ ਕੰਮ ਕਰਨੇ ਨੇ, ਅਤੇ ਫਿਰ ਉਹਨਾਂ ਨੂੰ 3 ਸਾਲ ਉੱਥੇ ਪੜ੍ਹਾਈ ਯੂਨੀਵਰਸਿਟੀਆਂ 'ਚ ਕਿਉਂ ਜ਼ਬਰਦਸਤੀ ਕਰਾਈ ਜਾਂਦੀ ਹੈ? ਅਤੇ ਫਿਰ ਮਤਲਬ ਉਹਨਾਂ ਨੂੰ ਫਿਰ 3 ਗੁਣਾ ਉਹਨਾਂ ਤੋਂ ਜਿਹੜਾ ਕੈਨੇਡੀਅਨ ਸਟੂਡੈਂਟ ਤੋਂ ਜਿੰਨੀ ਫੀਸ ਲੈਣੀ ਉਹ ਲਈ ਜਾਂਦੀ ਹੈ। ਇਹ ਤਾਂ ਮਤਲਬ ਸਾਫ਼ ਹੀ ਝੂਠ ਬੋਲਿਆ ਜਾ ਰਿਹਾ। ਕਿਉਂ ਨਹੀਂ ਤੁਸੀਂ ਕਹਿੰਦੇ
ਹੁਣ ਤੁਸੀਂ ਦੇਖਿਆ ਹੋਵੇਗਾ, ਸ਼ਾਇਦ ਅਖਬਾਰ 'ਚ ਪੜ੍ਹਿਆ ਹੋਵੇ, ਉਹ ਕਹਿੰਦਾ 1 ਲੱਖ ਸਾਨੂੰ ਟਰੱਕ ਡਰਾਈਵਰ ਇੰਗਲੈਂਡ ਚਾਹੀਦਾ ਹੈ। ਤੇ ਫਿਰ ਇੱਥੇ ਆ ਕੇ ਇਹ ਕਹਿਣ ਕਿ ਦੇਖੋ ਉੱਥੇ ਕੈਨੇਡਾ ਤੋਂ ਆਉਣ ਕਿ ਸਾਨੂੰ ਇੰਨੇ ਟਰੱਕ ਡਰਾਈਵਰ ਚਾਹੀਦੇ, ਇੰਨੇ ਸਾਨੂੰ ਬੰਦੇ ਇਸ ਕੰਮ ਲਈ ਚਾਹੀਦੇ, ਅਤੇ ਉਹ ਬੰਦੇ ਰਿਕਰੂਟ ਕਰ ਲੈਣ। ਅਤੇ ਇਹਦੇ ਲਈ ਫਿਰ ਆਹ ਜਿਹੜਾ ਕਹਿਣ ਵੀ ਅਸੀਂ ਤੁਹਾਨੂੰ ਉਚੇਰੀ ਵਿੱਦਿਆ ਲਈ ਲਿਆ ਰਹੇ, ਇਹ ਤਾਂ ਫਿਰ ਝੂਠ ਔਰ ਫਰੇਬ ਹੈ ਨਾ। ਮਤਲਬ ਇਹਦੇ 'ਚ ਅਸੀਂ ਸਾਰੇ ਇੱਕ ਗੱਲ ਹੋਰ ਦੱਸੋ ਕਿ ਜੋ ਇਹ ਪ੍ਰਵਾਸ ਹੋ ਰਿਹਾ, ਜਿਹਨੂੰ ਤੁਸੀਂ ਗੈਰ ਕੁਦਰਤੀ ਦੱਸਦੇ ਹੋ, ਇਹ ਰੁਕ ਸਕਦਾ? ਹਾਂਜੀ, ਬਿਲਕੁਲ ਰੁਕ ਸਕਦਾ। ਦੇਖੋ ਨਾ ਕਾਰਨ ਕੀ ਹੈ। ਕਾਰਨ ਜਿਹੜਾ ਹੈਗਾ ਵੀ ਉਹ ਜਿਸ ਤਰ੍ਹਾਂ ਮੈਂ ਕਿਹਾ ਕਿ ਜੇ ਤੁਸੀਂ ਇੱਕ ਗ੍ਰਾਫ ਬਣਾ ਲਓ ਪ੍ਰਵਾਸ ਦਾ, ਅਤੇ ਜਦੋਂ ਸਾਡਾ 1 ਰੁਪਇਆ $1 ਦੇ ਬਰਾਬਰ ਸੀ, ਅਮਰੀਕੀ ਡਾਲਰ ਦੇ, ਤਾਂ ਉਦੋਂ ਗਿਣੋ ਕਿੰਨੇ ਕੁ ਲੋਕ ਇੱਥੋਂ ਗਏ। ਜਿਉਂ ਰੁਪਇਆ ਦੀ ਕੀਮਤ ਘਟਦੀ ਗਈ, ਡਾਲਰ ਦੀ ਕੀਮਤ ਵੱਧਦੀ ਗਈ, ਉਸੇ ਰੇਸ਼ੋ ਦੇ ਨਾਲ ਪ੍ਰਵਾਸ ਵਧਿਆ। ਹੁਣ ਰੁਕਣ ਦਾ ਕੀ ਹੈ? ਜੇ ਇੱਕ ਅਸੀਂ ਕਰਦੇ ਤਾਂ ਹਾਂ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਹਾਂ, ਵਿਸ਼ਵੀਕਰਨ, ਇੱਕ ਵਿਸ਼ਵ ਭਾਈਚਾਰੇ ਦੀ ਗੱਲ। ਇੱਕ ਸੱਚਮੁੱਚ ਜੇ ਗਲੋਬਲਾਈਜੇਸ਼ਨ ਹੋ ਜਾਂਦਾ, ਸੱਚਮੁੱਚ ਵਿਸ਼ਵ ਭਾਈਚਾਰਾ ਬਣ ਜਾਂਦਾ ਹੈ, ਤਾਂ ਫਿਰ ਮਤਲਬ ਵੱਖ-ਵੱਖ ਕਰੰਸੀਆਂ ਦੀ ਕੀ ਲੋੜ ਹੈ? ਇੱਕੋ ਹੀ ਕਰੰਸੀ ਸਾਰੀ ਤਾਂ ਹੋਵੇ। ਫਿਰ $1 1 ਰੁਪਇਆ 1 ਪਾਉਂਡ ਕੋਈ ਮਾਇਨੇ ਨਹੀਂ ਰੱਖਦਾ। ਇਹਦਾ ਮਤਲਬ ਹੈ ਕਿ ਜਿਹੜਾ ਇੰਨਾ ਫਰਕ ਹੈਗਾ, ਇਹ ਜਿਹੜਾ ਐਕਸਚੇਂਜ ਰੇਟ ਹੈ, ਇਹੀ ਮੁੱਖ ਕਾਰਨ ਹੈ ਜਿਹੜਾ ਪ੍ਰਵਾਸ ਦਾ। ਔਰ ਮੇਰਾ ਦਾਅਵਾ ਹੈਗਾ ਵੀ ਤੁਸੀਂ ਅੱਜ 1 ਰੁਪਇਆ, 1 ਕੈਨੇਡੀਅਨ ਡਾਲਰ, 1 ਅਮਰੀਕਨ ਡਾਲਰ, 1 ਪਾਉਂਡ ਬਰਾਬਰ 'ਤੇ ਲੈ ਆਓ ਕਿ ਸਾਰਿਆਂ ਦੀ ਵੈਲਿਊ ਇੱਕ ਹੋਵੇ। ਜੇ ਇੱਕ ਵੀ ਬੰਦਾ ਇੱਥੋਂ ਚਲਾ ਜਾਵੇ, ਕੋਈ ਬੰਦਾ, ਬਲਕਿ ਇਹ ਨਹੀਂ, ਜਿਹੜੇ ਉੱਥੇ ਗਏ ਹੋਏ ਨੇ ਉਹਨਾਂ 'ਚੋਂ ਬਹੁਤ ਸਾਰੇ ਵਾਪਸ ਆ ਜਾਣਗੇ। ਉਹ ਕਹਿਣਗੇ ਹੁਣ ਅਸੀਂ ਐਸੇ ਕਰਕੇ ਤਾਂ ਆਏ ਸੀ, ਹੁਣ ਇੱਥੇ ਅਸੀਂ ਹੋਰ ਕੀ ਲੈਣਾ। ਤਾਂ ਇਸ ਕਰਕੇ ਉਹ ਕਦੋਂ ਹੋਏਗਾ? ਜਦੋਂ ਜਿਹੜੇ ਲੋਕ, ਕੌਣ ਨਿਰਧਾਰਿਤ ਕਰਦਾ, ਕੌਣ ਫਿਕਸ ਕਰਦਾ ਕਿ ਰੁਪਏ ਦੀ ਕਿੰਨੀ ਕੀਮਤ, ਡਾਲਰ ਦੀ ਕਿੰਨੀ ਕੀਮਤ? ਇਹ ਉਹ ਕਰਦੇ ਆ, ਸਾਮਰਾਜੀ ਦੇਸ਼ ਕਰਦੇ ਆ, ਆਪਣੀ ਮਰਜ਼ੀ ਅਨੁਸਾਰ ਉਹ ਕਰ ਰਹੇ ਨੇ। ਹਾਂ, ਵੱਡੀਆਂ ਤਾਕਤਾਂ। ਜਦੋਂ ਅਸੀਂ ਕਿਹੋ ਜਿਹਾ ਨਵਾਂ ਸਿਸਟਮ ਦੁਨੀਆ ਦੇ ਵਿੱਚ ਜਿਹਦੇ ਵਿੱਚ ਬਰਾਬਰਤਾ 'ਤੇ ਆਧਾਰਿਤ ਹੋਵੇ, ਹੈ ਜੀ, ਜਦੋਂ ਇਹ ਸਾਮਰਾਜੀ ਵਿਤਕਰਾ ਜਿਹੜਾ, ਸਾਮਰਾਜੀ ਲੁੱਟ ਖਤਮ ਹੋ ਜਾਏਗੀ, ਤਾਂ ਪ੍ਰਵਾਸ ਆਪਣੇ ਆਪ ਖਤਮ ਹੋ ਜਾਏਗਾ। ਹਾਂ, ਇੱਕ ਇਹ ਵੀ ਕਾਰਨ ਹੋ ਸਕਦਾ ਕਿ ਜੋ ਆਪਣੀ ਐਜੂਕੇਸ਼ਨ ਹੈ ਪੰਜਾਬ ਦੀ ਜਾਂ ਭਾਰਤ ਦੀ, ਉਹ ਸਿੱਖਿਆ, ਇਹ ਸਿੱਖਿਆ ਉਸ ਲੈਵਲ ਦਾ ਮਾਈਂਡ ਸੈੱਟ ਨਹੀਂ ਦੇ ਪਾ ਰਹੀ ਜਿਸ ਨਾਲ ਵਿਅਕਤੀ ਦਾ ਦਿਮਾਗ ਵਿਕਸਿਤ ਹੁੰਦਾ, ਜਾਂ ਉਹ ਸੋਚ ਸਕਦੇ ਹੋ ਕਿ ਅਸੀਂ ਆਪਣੇ ਇੱਥੇ ਲਈ ਅਸੀਂ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਹੀ ਅਸੀਂ ਰਾਹ ਲੱਭ ਸਕਦੇ ਹਾਂ। ਹਾਂਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕਿਤੇ ਨਾ ਕਿਤੇ ਸਾਡੇ ਜਿਹੜੀ ਸਿੱਖਿਆ ਜਿਹੜੀ ਹੈ, ਦੇਖੋ ਗੁਰੂ ਸਾਹਿਬ ਨੇ ਕੀ ਕਿਹਾ ਸੀਗਾ ਕਿ ਜਿਹੜੀ ਵਿੱਦਿਆ ਅਤੇ ਸਿੱਖਿਆ 'ਚ ਫਰਕ ਹੈ, ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਕਿ ਜਦੋਂ ਬੰਦੇ ਦੇ ਵਿੱਚ ਜਿਹੜੀ ਪਰਉਪਕਾਰ ਦਾ ਮਤਲਬ ਸਮਾਜਿਕ ਚੇਤਨਾ ਹੁੰਦਾ ਹੈ, ਵੀ ਬੰਦਾ ਜਿਹੜੀ ਵਿੱਦਿਆ ਹੈ ਉਹਦਾ ਮੰਤਵ ਹੈ ਸਿਰਫ ਇਹ ਨਹੀਂ ਕਿ ਰੁਜ਼ਗਾਰ ਲੈਣਾ, ਪਰ ਉਹਦੇ ਨਾਲ ਸਮਾਜ ਦੀ ਚੇਤਨਾ ਬਣਾਉਣਾ। ਤਾਂ ਜਦ ਇਹ ਜ਼ਾਹਰ ਹੈ ਕਿ ਜਿਹੜੀ ਸਾਡੀ ਅਜੋਕੀ ਜਿਹੜੀ ਵਿੱਦਿਆ ਪ੍ਰਣਾਲੀ ਹੈ, ਇਹ ਸਮਾਜਿਕ ਚੇਤਨਾ ਨਹੀਂ ਪੈਦਾ ਕਰ ਰਹੀ। ਲੋਕਾਂ 'ਚ ਅਹਿਸਾਸ ਸਾਨੂੰ ਮਤਲਬ ਹਰ ਇੱਕ ਬੰਦਾ ਸਗੋਂ ਨਿੱਜਵਾਦੀ ਸਾਨੂੰ ਬਣਾ ਰਹੀ ਹੈ, ਸਾਨੂੰ ਮਤਲਬ ਇੰਡੀਵਿਜੂਅਲਿਸਟਿਕ ਜਾਂ ਨਿੱਜਵਾਦੀ ਅਤੇ ਖੁਦਗਰਜ਼ ਔਰ ਲਾਲਚੀ, ਇਹ ਚੀਜ਼ਾਂ। ਲੇਕਿਨ ਅਸਲੀ ਵਿੱਦਿਆ ਦਾ ਮਤਲਬ ਨਹੀਂ ਹੈ। ਅਸਲੀ ਵਿੱਦਿਆ ਗੁਰੂ ਸਾਹਿਬ ਪਰਉਪਕਾਰ ਹੈ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਅਸਲੀ ਵਿੱਦਿਆ ਤੋਂ ਸਮਾਜਿਕ ਚੇਤਨਾ ਆਏਗੀ ਤਾਂ ਬੰਦਾ ਸਿਰਫ ਆਪਣੇ ਲਈ ਨਹੀਂ ਸੋਚੇਗਾ, ਉਹ ਸੋਚੇਗਾ ਕਿ ਸਾਰੇ ਸਮਾਜ ਦੂਜਿਆਂ ਦਾ ਵੀ ਸੋਚੇਗਾ। ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਕਿ ਅਸਲੀ ਵਿੱਦਿਆ। ਅਤੇ ਜੇ ਅਸਲੀ ਵਿੱਦਿਆ ਬਾਰੇ ਸੋਚੇਗਾ ਅਤੇ ਫਿਰ ਉਹਨੂੰ ਸੋਚੇਗਾ ਵੀ ਹਾਂ ਵੀ ਪੰਜਾਬ ਦਾ ਤਾਂ ਨੁਕਸਾਨ ਹੋ ਰਿਹਾ, ਮੈਂ ਆਪਣਾ ਫਾਇਦਾ ਕਰ ਰਿਹਾ, ਲੇਕਿਨ ਮੈਂ ਆਪਣੇ ਜਿਸ ਧਰਤੀ ਨੇ ਮੈਨੂੰ ਜੰਮਿਆ ਹੈ, ਜਿਸ ਧਰਤੀ ਨਾਲ ਮੇਰੀ ਕੋਈ ਲਗਾਅ ਹੈ, ਸਾਡੇ ਇੰਨੇ ਹਜ਼ਾਰਾਂ ਸਾਲਾਂ ਸਾਡੇ ਬਜ਼ੁਰਗ ਇੱਥੇ ਰਹੇ, ਸਾਡਾ ਇਸ ਨਾਲ ਕੋਈ, ਇਹਨੂੰ ਵੀ ਮੇਰਾ ਇਹਦੇ ਪ੍ਰਤੀ ਵੀ ਕੋਈ ਫਰਜ਼ ਹੈ। ਇਹ ਚੇਤਨਾ ਇਹ ਵਿੱਦਿਆ ਨਹੀਂ ਪੈਦਾ ਕਰ ਰਹੀ ਸਾਡੇ 'ਚ, ਤਾਂ ਇਹਦਾ ਮਤਲਬ ਇਹ ਵਿੱਦਿਆ ਦਾ ਕਸੂਰ ਹੈ, ਕਿਤੇ ਨਾ ਕਿਤੇ ਦੇ ਵਿੱਚ ਇਹ ਕੋਈ ਕਮੀ ਹੈ ਜਿਹੜੀ ਇਹ ਸਾਡੇ ਸਮਾਜਿਕ ਚੇਤਨਾ ਨਹੀਂ ਲਿਆ ਰਹੀ ਸਾਡੇ ਅੰਦਰ ਇਹ ਅਹਿਸਾਸ ਹੀ ਨਹੀਂ ਜਗਾ ਰਹੀ ਹੈ। ਇਸ ਕਰਕੇ ਜਦੋਂ ਇਨਸਾਨ ਨੂੰ ਅੱਗੇ ਰਾਹ ਨਹੀਂ ਦਿਸਦਾ ਤਾਂ ਉਹ ਆਪਣਾ ਜੋ ਸਥਾਨਕ ਉਹਦਾ ਘਰ-ਬਾਰ ਛੱਡ ਕੇ ਦੂਜੇ ਪਾਸੇ ਵੱਲ ਭੱਜਦਾ ਜਿੱਥੇ ਰੁਜ਼ਗਾਰ ਦਿਖਦਾ ਉਹਨੂੰ। ਬਿਲਕੁਲ, ਹਾਂਜੀ, ਕਿ ਉਹਨੂੰ ਮਤਲਬ ਕਿਉਂਕਿ ਉਹ ਉਹਦੀ ਜਿਹੜੀ ਇੱਕ ਲਕੀਰੀ ਸੋਚ ਹੋ ਜਾਂਦੀ ਹੈ ਵੀ ਮੈਂ ਜਲਦੀ ਤੋਂ ਜਲਦੀ ਕਿਸ ਤਰ੍ਹਾਂ ਜਾ ਕੇ ਪੈਸਾ ਮਤਲਬ ਬਣਾ ਸਕਦਾ, ਔਰ ਜਾਂ ਉਹਨੂੰ ਲੱਗਦਾ ਜੋ ਮੈਨੂੰ ਨਿੱਜ ਨੂੰ ਔਕੜਾਂ ਆ ਰਹੀਆਂ ਨੇ ਉਹਨਾਂ ਦਾ ਹੱਲ ਉਹ ਹੈ ਕਿ ਮੈਂ ਜੋ ਮੈਨੂੰ ਇੱਥੇ ਉਹ ਮੇਰੀਆਂ ਸਾਰੀਆਂ ਜਿਹੜੀਆਂ ਔਕੜਾਂ ਦੀ ਜਿਹੜੀ ਸਮੱਸਿਆਵਾਂ ਦਾ ਹੱਲ ਉੱਥੇ ਮਿਲ ਜਾਏਗਾ। ਉਹ ਤਾਂ ਠੀਕ ਹੈ, ਚਲੋ ਕੁਛ ਹੱਦ ਤੱਕ ਆਪਾਂ ਮੰਨ ਵੀ ਲੈਂਦੇ ਹਾਂ ਕਿ ਜਿਹੜੇ ਕੁਛ ਦੇਰ ਲਈ, ਲੇਕਿਨ ਹੁੰਦਾ ਕੀ ਹੈ ਕਿ ਜਿਹੜੀਆਂ ਤੁਹਾਨੂੰ ਇੱਥੇ ਸਮੱਸਿਆਵਾਂ ਅਤੇ ਔਕੜਾਂ ਆ ਰਹੀਆਂ ਨੇ ਉਹਨਾਂ ਦਾ ਤੁਸੀਂ ਹੱਲ ਲੱਭ ਰਿਹਾ, ਲੇਕਿਨ ਉੱਥੇ ਜਾ ਕੇ ਨਵੀਆਂ ਸਮੱਸਿਆਵਾਂ ਅਤੇ ਨਵੀਆਂ ਔਕੜਾਂ ਜਿਹੜੀਆਂ ਉਹ ਪੈਦਾ ਹੋ ਜਾਣੀਆਂ। ਤਾਂ ਇਸ ਕਰਕੇ ਤੁਸੀਂ ਕਹਿੰਦੇ ਨੇ ਅੰਗਰੇਜ਼ੀ 'ਚ ਕਹੀਏ, ਯੂ ਟ੍ਰੇਡ ਵਨ ਸੈੱਟ ਆਫ ਪ੍ਰੋਬਲਮ ਫਾਰ ਅਨਦਰ ਸੈੱਟ ਆਫ ਪ੍ਰੋਬਲਮਸ। ਵੀ ਅਸਲ ਦੇ ਵਿੱਚ ਤੁਹਾਡੀਆਂ ਪ੍ਰੋਬਲਮ ਦਾ ਹੱਲ ਨਹੀਂ ਹੁੰਦਾ, ਤੁਸੀਂ ਇੱਕ ਪ੍ਰੋਬਲਮ, ਇੱਕ ਤਰ੍ਹਾਂ ਦੀਆਂ ਮੁਸ਼ਕਿਲਾਂ ਤੋਂ ਜਾਨ ਛਡਾਉਂਦੇ ਹੋ ਅਤੇ ਦੂਜੀਆਂ ਛੇੜ ਲੈਂਦੇ ਹੋ। ਹੁਣ ਇੱਥੇ ਦੀਆਂ ਜਿਹੜੀਆਂ ਪ੍ਰੋਬਲਮ ਨੇ ਉਹ ਬੜੀਆਂ ਸਾਦੀਆਂ ਨੇ,
ਕਿਉਂਕਿ ਇੱਥੇ ਦੀ ਮੁੱਖ ਪ੍ਰੋਬਲਮ ਬਹੁਤ ਲੋਕਾਂ ਲਈ ਹੈ ਕਿ ਥੋੜ੍ਹੀ ਦੀ ਗੱਲ ਹੈ, ਉਹਨਾਂ ਨੂੰ ਉਹ ਕਹਿੰਦੇ ਵੀ ਇਹ ਤਾਂ ਚਲੋ ਜੀ ਮੈਨੂੰ ਜੋ ਕਹਿੰਦੇ ਮੇਰੇ ਕੋਲ ਪੈਸੇ ਹੋਣ ਹੁਣ ਉਹ ਚਲੋ ਪੈਸੇ ਤਾਂ ਆ ਗਏ, ਲੇਕਿਨ ਜਿਹੜੀ ਉੱਥੇ ਪ੍ਰੋਬਲਮ ਆਉਂਦੇ ਉਹਨਾਂ ਦਾ ਹੱਲ ਇੰਨਾ ਸੌਖਾ ਨਹੀਂ ਕਿ ਉਹ ਜਿਹੜੇ ਤੁਹਾਡਾ ਸੱਭਿਆਚਾਰ, ਤੁਹਾਡੇ ਕਦਰਾਂ ਕੀਮਤਾਂ, ਤੁਹਾਡੇ ਰਿਸ਼ਤੇ ਖਤਮ ਹੋ ਗਏ, ਉਹ ਫਿਰ ਕਿਸੇ ਵੀ ਕੀਮਤ 'ਤੇ ਤੁਹਾਨੂੰ ਮੁੜ ਕੇ ਨਹੀਂ ਲੈ ਸਕਦੇ ਹੋ ਤੁਸੀਂ। ਉਹ ਇਹ ਇੱਥੇ ਤਾਂ ਸਿੱਧੀ ਜਿਹੀ ਗੱਲ ਹੈ ਵੀ ਕੋਈ ਸਾਡੇ ਕੋਲ ਪੈਸਾ ਆ ਜਾਣ, ਬੰਦਾ ਸੋਚਦਾ ਮੇਰੀਆਂ ਤਾਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਗਿਆ, ਲੇਕਿਨ ਉੱਥੇ ਜਿਹੜੀਆਂ ਸਮੱਸਿਆਵਾਂ ਪੈਦਾ ਹੋਣੀਆਂ ਨਾ ਉਹਦਾ ਹੱਲ ਬਦਲ ਜਿਹੜਾ ਕਿਸੇ ਵੀ ਕੋਲ ਲੱਭਦਾ ਨਹੀਂ ਹੈ ਉਹ ਹੱਲ ਜਿਹੜਾ। ਅਸਲ ਦੇ ਵਿੱਚ ਤੁਸੀਂ ਸੌਖੀਆਂ ਸਮੱਸਿਆਵਾਂ ਤਾਂ ਮੁਸ਼ਕਿਲ ਸਮੱਸਿਆਵਾਂ ਜਿਹੜੀਆਂ ਸਹੇੜ ਰਹੇ ਹੋ। ਧੰਨਵਾਦ ਡਾਕਟਰ ਸਾਹਿਬ, ਬੜੀ ਅਹਿਮ ਤੇ ਕੀਮਤੀ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਸ਼ੁਕਰੀਆ ਜੀ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਸੀ ਡਾਕਟਰ ਸਵਰਾਜ, ਜਿਨ੍ਹਾਂ ਨੇ ਤੁਹਾਨੂੰ ਬੜੇ ਹੀ ਤਰੀਕੇ ਨਾਲ ਸਮਝਾਇਆ ਕਿ ਜੋ ਪੰਜਾਬ ਦੇ ਵਿੱਚੋਂ ਪ੍ਰਵਾਸ ਹੋ ਰਿਹਾ ਇੱਕ ਤਾਂ ਬੇਹੱਦ ਖਤਰਨਾਕ ਹੈ, ਚਿੰਤਾਜਨਕ ਹੈ ਪੰਜਾਬ ਦੇ ਲਈ। ਦੂਜਾ ਦੱਸਿਆ ਕਿ ਜੋ ਉੱਥੇ ਜਾ ਕੇ ਸਮੱਸਿਆ ਆਉਂਦੀਆਂ ਨੇ, ਪੈਸਾ ਤਾਂ ਕਮਾ ਲੈਂਦੇ ਹੋ ਤੁਸੀਂ, ਉੱਥੇ ਦੇ ਕੰਮਕਾਰ, ਉੱਥੇ ਦੇ ਕਲਚਰ, ਜੋ ਸੱਭਿਆਚਾਰ ਹੈ ਉਸ ਬਾਰੇ ਵੀ ਤੁਹਾਨੂੰ ਦੱਸਿਆ, ਅਤੇ ਜੋ ਦਰਪੇਸ਼ ਚੁਣੌਤੀਆਂ ਨੇ ਅੱਗੇ ਜਾ ਕੇ, ਅਤੇ ਇਸ ਨੂੰ ਪੰਜਾਬ ਦੇ ਜੋ ਚਿੰਤਾਜਨਕ ਸੰਕਟ ਹੈ ਇਹਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ, ਇਸ 'ਤੇ ਵੀ ਖੁੱਲ੍ਹ ਕੇ ਚਰਚਾ ਕੀਤੀ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣ ਚੈਨਲ ਪੰਜਾਬੀ।